वन गिल्स मेंटोर लर्निंग प्लेटफॉर्म ਤੁਹਾਡਾ ਸਵਾਗਤ ਹੈ। ब्रेकिंग न्यूज़ निकल के सामने आ चुकी है। स्टाफ सिलेक्शन कमीशन की एक नवी नोटिस नवा मतलब रिक्रूटमेंट नवी पोस्ट आउट हो चुकी है। सो ਤੁਹਾਡੇ ਲਈ ਬਹੁਤ अच्छी खबर है। सो लेट स्टार्ट कि उस दी खबर ਵਿੱਚ ਸਾਨੂੰ ਕੀ ਦੇਖਣ ਨੂੰ ਮਿਲ ਸਕਦਾ ਹੈ। ਆਪਾਂ ਗੱਲ ਕਰਾਂਗੇ ਜਿਹੜੀ ਪੋਸਟ ਆਊਟ ਹੋਈ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਦੀ, ਉਹ ਹੈਗੀ ਸਾਇੰਟੀਫਿਕ ਅਸਿਸਟੈਂਟ ਇਨ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ। ਤਾਂ ਇਸ ਦੀ ਪੋਸਟ ਦੀ ਤੁਸੀਂ ਜਾਣਕਾਰੀ ਸੁਣ ਲਓ ਕਿ ਇਸ ਪੋਸਟ ਦੀ ਸਭ ਤੋਂ ਜਿਹੜੀ ਆਨਲਾਈਨ ਐਪਲੀਕੇਸ਼ਨ ਦੀ ਡੇਟਸ ਹੈ ਉਹ ਹੈਗੀ ਹੈ 30 ਸਤੰਬਰ, ਯਾਨੀ ਕਿ ਕੱਲ ਤੋਂ ਹੀ ਸਟਾਰਟ ਹੋ ਚੁੱਕਾ ਸੀ ਤੇ ਲਾਸਟ ਡੇਟ ਹੋਏਗੀ ਆਪਣੀ 18 ਅਕਤੂਬਰ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਔਰ ਤੁਹਾਡਾ ਐਗਜ਼ਾਮ ਦੀ ਜਿਹੜੀ ਲਾਸਟ ਡੇਟ ਦੇ ਤੁਹਾਨੂੰ ਦੇਖਣ ਨੂੰ ਮਿਲੇਗੀ। ਐਗਜ਼ਾਮ ਕਦੋਂ ਹੋ ਸਕਦਾ? ਤੁਹਾਡਾ ਦਸੰਬਰ ਵਿੱਚ ਹੋ ਸਕਦਾ ਹੈ। ਇਹ ਵੀ ਤੁਸੀਂ ਜਾਣਕਾਰੀ ਧਿਆਨ 'ਚ ਰੱਖ ਸਕਦੇ ਹੋ। ਤੇ ਤੁਹਾਡੀ ਪੇਮੈਂਟ ਦੀ ਲਾਸਟ ਡੇਟ ਜਿਹੜੀ ਐਕਸਟੈਂਡਡ ਡੇਟ ਹੋਏਗੀ, ਜਿਵੇਂ ਕੋਈ ਤੁਸੀਂ ਚਲਾਨ ਭਰਨਾ ਹੈ ਤਾਂ ਉਸ ਦੀ ਡੇਟ ਹੋ ਸਕਦੀ ਹੈ 20 ਤਰੀਕ, यानी कि 20 अक्तूबर 19 अक्तूबर तक तो तुम ऑनलाइन एप्लीकेशनस भर सकते हो, यानी कि अप्लाई कर सकते हो। और फीस भरने की लास्ट डेट थोड़ी 20 अक्तूबर रहेगी। सो लैट स्टार्ट कि इस डिपार्टमेंट ਦੀਆਂ ਜਿਹੜੀਆਂ ਪੋਸਟਸ ਆਊਟ ਹੋਈਆਂ, ਠੀਕ ਹੈ, ਤਾਂ ਟੋਟਲ ਲਗਭਗ ਜੇ ਮੈਂ ਗੱਲ ਕਹਾਂ, ਕਿਉਂਕਿ ਇਹਨਾਂ ਦੀ ਹਰ ਪੂਰੀ ਖਬਰ ਨਹੀਂ ਦਿੱਤੀ ਹੈ, ਬਟ ਇੰਨੀ ਖਬਰ ਦੇਤੀ ਹੈ ਕਿ ਜਿਹੜੀ ਲਗਭਗ ਜਿਹੜੀਆਂ ਵੈਕੈਂਸੀਜ਼ ਆਊਟ ਹੋ ਰਹੀਆਂ ਉਹ ਹੋ ਰਹੀਆਂ 990 ਵੈਕੈਂਸੀਜ਼ ਹੈ। 990 ਵੈਕੈਂਸੀਜ਼ ਹੈ। ਇਸ 990 ਵੈਕੈਂਸੀਜ਼ ਵਿੱਚ ਡਿਵਾਈਡ ਕੀਤਾ ਜਾਏਗਾ ਸਬਜੈਕਟ ਟੂ ਵੇਰੀਏਸ਼ਨ ਕਿ ਕੀ ਵੈਕੈਂਸੀ ਦਾ ਸਿਸਟਮ ਰਹੇਗਾ। ਮਗਰ ਇਸ ਡਿਪਾਰਟਮੈਂਟ ਦੀਆਂ ਸਾਇੰਟੀਫਿਕ ਡਿਪਾਰਟਮੈਂਟ ਦੀਆਂ ਧਿਆਨ 'ਚ ਰੱਖ ਲਿਓ, ਇਸ ਡਿਪਾਰਟਮੈਂਟ ਦੀਆਂ ਪੋਸਟਸ ਆਊਟ ਹੋਈਆਂ ਸਾਇੰਟੀਫਿਕ ਅਸਿਸਟੈਂਟ ਇਨ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਦੀਆਂ ਜਿਹੜੀਆਂ ਪੋਸਟਸ ਹੈ ਉਹ ਹੀ ਆਊਟ ਹੋ ਰਹੀਆਂ ਨੇ। ਸੋ ਲੈਟ ਸਟਾਰਟ ਕਿ ਇਸ ਵਿੱਚ ਐਲੀਜੀਬਿਲਿਟੀ ਦਾ ਕਿਆ ਸਿਸਟਮ ਹੈ। ਸਭ ਤੋਂ ਪਹਿਲੇ ਤਾਂ ਸਿਟੀਜ਼ਨਸ ਆਫ ਇੰਡੀਆ ਮਤਲਬ ਹੋਣਾ ਬਹੁਤ ਜ਼ਰੂਰੀ ਹੈ। ਦੈਨ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਕਾਮਨ ਸੈਂਸ ਤਾਂ ਹੈ ਹੀ ਹੈ। ਉਸ ਤੋਂ ਇਲਾਵਾ ਜਿਹੜੀ ਏਜ ਹੈ ਇਹ ਤੁਹਾਡੀ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸਦਾ ਮਤਲਬ ਸਾਫ਼ ਹੈ ਕਿ 18 ਸਾਲ ਤੋਂ ज़्यादा होवे तो 30 साल तो घट होनी चाहिए। तुसीं ध्यान में रख सकते हो, ठीक है जी। तो अगे गल करते हैं आप इस पोस्ट बारे। डन, अगली आप इस पोस्ट की थोड़ी होर जानकारी आप हासिल करनी है जो इसकी इंपोर्टेंट रखेगी। तो सब तो पहले इस दे बारे आप जो चीज़ मेन जाननी है तो क्वालिफिकेशन, इंसैंशियल क्वालिफिकेशन ध्यान च रख लो कि इस बैचलर डिग्री चाहिए है इन साइंस, बैचलर डिग्री चाहिए है इन साइंस। साइंटिफिक असिस्टेंट की पोस्ट है ना, तो विद फिजिक्स हो जाए तो हैज़ अ सबजैक्ट, या कंप्यूटर साइंस हो जाए, या IT हो जाए, या कंप्यूटर एप्लीकेशन, यानी कि थोड़ी डिग्री विच यानी कि थोड़ी BSc होवे विद फिजिक्स हो जाए हैज़ वन ऑफ द सबजैक्ट, ਜਾਂ ਕੰਪਿਊਟਰ ਸਾਇੰਸ ਹੀ ਹੋ ਜੇ, ਠੀਕ ਹੈ ਜੀ, ਜਿਹੜੀ ਬੈਚਲਰ ਡਿਗਰੀ ਹੈ, ਜਾਂ IT ਵਿੱਚ ਹੋ ਜੇ, ਜਾਂ ਕੰਪਿਊਟਰ ਐਪਲੀਕੇਸ਼ਨ ਵਿੱਚ ਹੋ ਜੇ। ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈ। ਜਾਂ ਤੁਹਾਡੇ ਕੋਲ ਡਿਪਲੋਮਾ ਹੋਵੇ ਇਲੈਕਟ੍ਰੋਨਿਕਸ ਡਿਪਾਰਟਮੈਂਟ, ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦ ਕਿਸੇ ਵੀ ਯੂਨੀਵਰਸਿਟੀਜ਼ ਤੋਂ, ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਤੋਂ। ਡਨ। ਤੇ ਉਸ ਤੋਂ ਇਲਾਵਾ ਧਿਆਨ 'ਚ ਰੱਖੋਗੇ ਜੇ ਤੁਹਾਡੀ ਕੁਆਲੀਫਾਈਡ ਡਿਗਰੀ ਹੈ ਜਾਂ ਡਿਪਲੋਮਾ ਹੈ, ਉਹਦੀ ਫਸਟ ਕਲਾਸ 'ਚ ਪਾਸ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਸ਼ੁੱਡ ਬੀ ਇਨ ਦਾ ਫਸਟ ਕਲਾਸ। ਔਰ CGPA ਕਿੰਨਾ ਹੋਣਾ ਚਾਹੀਦਾ ਤੁਹਾਡਾ? 6.75 ਔਨ ਆ 10 ਪੁਆਇੰਟ ਸਕੇਲ। ਤੇ ਜੇ ਤੁਸੀਂ ਧਿਆਨ 'ਚ ਰੱਖੋਗੇ ਜੇ ਤੁਸੀਂ +2 ਤੋਂ ਬਾਅਦ ਡਿਪਲੋਮਾ ਕਰ ਰਹੇ ਹੋ, ਠੀਕ ਹੈ ਜੀ, ਕੁਆਲੀਫਾਈਡ ਡਿਗਰੀ ਔਰ ਡਿਪਲੋਮਾ ਕਦੋਂ ਰੈਫਰ ਕੀਤਾ ਜਾਏਗਾ? 3 ਸਾਲਾਂ ਦਾ, ਜਦੋਂ ਤੁਸੀਂ +2 ਤੋਂ ਬਾਅਦ ਕਰ ਰਹੇ ਹੋ, ਠੀਕ ਹੈ ਜੀ। ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ। ਚਲੋ ਤੁਸੀਂ ਧਿਆਨ 'ਚ ਰੱਖਣਾ। ਤੇ ਜੇ ਬੱਚਾ ਡਿਪਲੋਮੇ ਦੇ ਆਧਾਰ 'ਤੇ ਇਸ ਨੂੰ ਅਪਲਾਈ ਕਰੇਗਾ ਤਾਂ +2 ਦੇ ਵਿੱਚ, ਠੀਕ ਹੈ, ਐਪਲੀਕੈਂਟ ਜਿਹੜਾ +2 ਦੇ ਵਿੱਚ ਉਹਦੇ ਕੋਲ ਸਾਇੰਸ ਜਾਂ ਫਿਜ਼ਿਕਸ ਹੈਜ਼ ਅ ਸਬਜੈਕਟ ਹੋਣੇ ਚਾਹੀਦੇ ਆ, ਉਹਦੇ ਕੋਰ ਸਬਜੈਕਟ ਹੋਣੇ ਚਾਹੀਦੇ। ਸੋ ਧਿਆਨ ਵਿੱਚ ਰੱਖ ਲੈਣਾ। ਡਨ। ਚਲੋ ਉਸ ਤੋਂ ਅੱਗੇ ਚੱਲਦੇ ਹਾਂ ਆਪਾਂ। ਇਸ ਨੂੰ ਅਪਲਾਈ ਕਰਨ ਲਈ ਜੇ ਤੁਸੀਂ ਧਿਆਨ 'ਚ ਰੱਖੋਗੇ, ਇਸ ਨੂੰ ਅਪਲਾਈ ਕਰਨੀ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਪਾਓਗੇ ਮੋਸਟਲੀ। ਬਾਕੀ ਜਿਹੜੀ ਚੀਜ਼ਾਂ ਉਹ ਜਿਹੜੀਆਂ ਮਤਲਬ ਸਿੰਪਲ ਹੈ। ਅਤੇ ਇਸਦੀ ਜਿਹੜੀ ਫੀਸ ਹੈ ਉਹ 100 ਰੁਪਏ ਰਹੇਗੀ। ਇਹਦੀ ਫੀਸ ਜਿਹੜੀ ਹੈ ਉਹ ਤੁਹਾਨੂੰ 100 ਰੁਪਇਆ ਦੇਖਣ ਨੂੰ ਮਿਲੇਗੀ। ਡਨ। ਸੋ ਧਿਆਨ ਵਿੱਚ ਰੱਖਣਾ ਇਸ ਚੀਜ਼ ਨੂੰ। ਬਾਕੀ ਜਿਹੜੇ ਸੈਂਟਰ ਐਗਜ਼ਾਮੀਨੇਸ਼ਨ ਹੈ ਨਜ਼ਦੀਕ ਤੁਹਾਡੇ ਪੰਜਾਬ ਦੇ ਨੇੜੇ ਵੀ ਬਣੇਗਾ, ਐਸਾ ਨਹੀਂ ਹੈ, ਕਿਉਂਕਿ ਅਲੱਗ-ਅਲੱਗ ਸੈਂਟਰ ਰੀਜਨਲ, ਈਸਟਰਨ ਰੀਜਨਲ, ਕਰਨਾਟਕਾ, ਮੱਧ ਪ੍ਰਦੇਸ਼, ਨੌਰਥਰਨ ਰੀਜਨ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਜਾਣਗੇ। ਸੋ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਸੋ ਇਹਨਾਂ ਸਾਰੀ ਪ੍ਰੋਸੈਸ ਦੇ ਲਈ ਤੁਸੀਂ ਅਪਲਾਈ ਜਿਹੜਾ ਸਿੱਧਾ ਜਾ ਕੇ ਵੈਬਸਾਈਟ 'ਤੇ ਜਾ ਕੇ ਤੁਸੀਂ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਸੋ ਥੈਂਕ ਯੂ ਵੈਰੀ ਮੱਚ। ਬਟ ਉਸ ਤੋਂ ਜਾਣ ਤੋਂ ਪਹਿਲਾਂ ਐਗਜ਼ਾਮ ਦਾ ਪੈਟਰਨ ਜ਼ਰੂਰ ਜਾਣ ਜਾਓ ਕਿ ਐਗਜ਼ਾਮ ਦੇ ਪੈਟਰਨ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਜਾਣਾ ਹੈ। ਇਸ ਵਿੱਚ ਸਿਰਫ 4 ਸਬਜੈਕਟਸ ਨੇ, ਯਾਨੀ ਕਿ ਤੁਹਾਡੇ ਕੋਲ ਇੰਟੈਲੀਜੈਂਸ ਰੀਜ਼ਨਿੰਗ ਹੈ, ਕੁਆਂਟੀਟਿਵ ਐਪਟੀਟਿਊਡ ਹੈ, ਔਰ ਇੰਗਲਿਸ਼ ਲੈਂਗੁਏਜ ਹੈ, ਔਰ ਜਨਰਲ ਅਵੇਅਰਨੈਸ ਹੈ। ਸੋ ਧਿਆਨ 'ਚ ਰੱਖਣਾ ਹੈ। ਅਤੇ ਪਾਰਟ 1 ਦਾ ਇਹ ਸਿਲੇਬਸ ਰਹੇਗਾ। ਪਾਰਟ 2 ਦਾ ਜਿਹੜਾ ਸਿਲੇਬਸ ਰਹੇਗਾ ਉਹ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ, ਯਾਨੀ ਕਿ ਫਿਜ਼ਿਕਸ, ਕੰਪਿਊਟਰ ਸਾਇੰਸ ਜਾਂ IT 'ਚ ਹਿਸਟਰੀ ਤੁਹਾਡੀ ਡਿਗਰੀ ਹੈ ਤਾਂ ਉਸ ਦੇ ਆਧਾਰ 'ਤੇ ਤੁਹਾਡੇ 100 ਮਾਰਕਸ ਦੇ ਕੁਐਸਚਨਸ ਪੁੱਛੇ ਜਾਣਗੇ। ਸੋ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਯਾਨੀ ਕਿ 100 ਕੁਐਸਚਨਸ ਹੋਣਗੇ ਤਾਂ ਉਸ ਆਧਾਰ 'ਤੇ ਤੁਹਾਡਾ ਜਿਹੜਾ ਮਾਰਕਸ ਹੈ ਡਿਸਾਈਡ ਹੋਣਗੇ ਅਤੇ ਤੁਹਾਨੂੰ ਟੋਟਲ 2 ਆਵਰਸ ਮਿਲਣਗੇ। ਇਹ ਸਾਫ਼ ਹੋ ਗਿਆ ਕਿ ਜਿਹੜੇ ਤੁਹਾਡਾ ਪਾਰਟ 1 ਦੇ 4 ਸਬਜੈਕਟਸ ਹੈ ਉਹਦੇ 20-25 ਕੁਐਸਚਨਸ ਪੁੱਛੇ ਜਾਣਗੇ। ਅਤੇ ਪਾਰਟ 2 ਦੇ ਜੋ ਉਹ ਵੀ ਕੰਪਿਊਟਰ ਬੇਸਡ ਟੈਸਟ ਹੋਏਗਾ, MCQ ਬੇਸ, ਉਹ ਤੁਹਾਡੀ ਫਿਜ਼ਿਕਸ ਦਾ ਹੋ ਸਕਦਾ ਹੈ, ਕੰਪਿਊਟਰ ਸਾਇੰਸ ਦਾ ਹੋ ਸਕਦਾ ਹੈ, ਜਿਹੜੇ ਵੀ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਜੋ ਸੈਸ਼ਨ ਕੁਆਲੀਫਿਕੇਸ਼ਨ 'ਚ ਪੁੱਛੀ
ਗਈ ਹੈ ਉਹੀ ਆਪਾਂ ਨੇ ਕਰਨੀ ਹੈ। ਠੀਕ ਹੈ ਜੀ। ਤੇ ਨੈਗੇਟਿਵ ਮਾਰਕਿੰਗ 0.25 ਮਾਰਕਸ ਦੀ ਰਹੇਗੀ, ਇਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ। ਬਾਕੀ ਤਾਂ ਨੋਰਮਲ ਹੈ। ਬਾਕੀ ਜਿਹੜੀ ਹੈ ਇਹ ਦੇਖੋ ਸਿਲੇਬਸ ਪੂਰਾ ਦਿੱਤਾ ਹੋਇਆ ਹੈ ਕਿ ਰੀਜ਼ਨਿੰਗ ਦਾ ਸਿਲੇਬਸ, ਅਵੇਅਰਨੈਸ ਦਾ ਸਿਲੇਬਸ, ਕੁਆਂਟ ਦਾ ਸਿਲੇਬਸ ਜੋ ਮੋਸਟਲੀ SSC ਪੁੱਛਦਾ ਹੈ। ਬਾਕੀ ਜਿਹੜਾ ਪਾਰਟ 2 ਹੈ ਫਿਜ਼ਿਕਸ ਦਾ ਕੀ ਸਿਲੇਬਸ ਰਹਿ ਸਕਦਾ ਹੈ। ਠੀਕ ਹੈ ਜੀ। ਬਾਕੀ ਤੁਸੀਂ ਇਹ ਸਾਰਾ ਦੇਖ ਸਕਦੇ ਹੋ। ਇਸ ਦਾ ਜਿਹੜਾ ਪ੍ਰੋਪਰ PDF ਹੈ ਅਸੀਂ ਟੈਲੀਗ੍ਰਾਮ ਤੇ ਸ਼ੇਅਰ ਕਰ ਦਾਂਗੇ। ਸੋ ਥੈਂਕ ਯੂ। ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸੋ ਥੈਂਕ ਯੂ ਵੈਰੀ ਮਚ। ਟੇਕ ਕੇਅਰ।